ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਅਰਦਾਸ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਹੋਣਾ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਜੋ ਅਗਲੀ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਸਰਦਾਰ ਮੇਵਾ ਸਿੰਘ ਹੋਇਆ, ਇਹਨਾਂ ਦਾ ਪਿੰਡ ਸੀਗਾ ਬੋਪਾਰਾਮ ਅਤੇ ਇਹਨਾਂ ਦੀ ਜਿਹੜੀ ਘਰ ਵਾਲੀ ਉਹਦਾ ਨਾਂ ਸੀ ਨਸੀਬ। ਇਹ ਅਕਸਰ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦੇ ਹੁੰਦੇ ਸੀ ਝੋਰੜੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਇਸੇ ਤਰ੍ਹਾਂ ਸਰਦਾਰ ਮੇਵਾ ਸਿੰਘ ਦੀ ਇੱਕ ਰਿਸ਼ਤੇਦਾਰੀ ਲੁਧਿਆਣੇ ਸੀਗੀ ਅਤੇ ਇਸ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦਾ ਇੱਕ ਰਿਸ਼ਤੇਦਾਰ ਸੀ ਜਿਹਦਾ ਨਾਂ ਸੀ ਨੱਥਾ ਸਿੰਘ। ਜਿਹੜਾ ਨੱਥਾ ਸਿੰਘ ਸੀ ਇਹਦੀ ਜਿਹੜੀ ਮਾਲੀ ਹਾਲਤ ਸੀਗੀ ਉਹ ਜ਼ਿਆਦਾ ਖਸਤਾ ਸੀਗੀ, ਘਰ ਦੇ ਵਿੱਚ ਬੜੀ ਗਰੀਬੀ ਸੀ। ਸੋ ਉਸ ਟਾਈਮ ਮੇਵਾ ਸਿੰਘ ਅਤੇ ਇਹਦੀ ਜਿਹੜੀ ਧਰਮ ਪਤਨੀ ਨਸੀਬ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਕਿਹਾ ਹੈ ਕਿ ਅਗਰ ਤੁਸੀਂ ਘਰ ਦੇ ਵਿੱਚ ਗਰੀਬੀ ਦੂਰ ਕਰਨੀ, ਵਧੀਆ ਦਿਨ ਦੇਖਣੇ ਆ, ਅਤੇ ਤੁਸੀਂ ਝੋਰੜੀ ਮਹਾਂਪੁਰਖ ਰਹਿੰਦੇ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੋ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਨੱਥਾ ਸਿੰਘ ਨੇ ਪਹਿਲਾਂ ਹੂੰ ਹਾਂ ਕੀਤੀ ਕਿ ਮੈਂ ਜ਼ਰੂਰ ਜਾ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰੂੰਗਾ। ਉਸ ਤੋਂ ਬਾਅਦ ਜਿਹੜਾ ਮੇਵਾ ਸਿੰਘ ਸੀਗਾ ਇਹ ਤਾਂ ਆਪਣੇ ਪਿੰਡ ਬੋਪਾਰਾਮ ਆ ਗਿਆ, ਪਰ ਉਸ ਤੋਂ ਬਾਅਦ ਨੱਥਾ ਸਿੰਘ ਗਿਆ ਹੀ ਨਹੀਂ। ਜਦ ਨੱਥਾ ਸਿੰਘ ਦਰਸ਼ਨ ਕਰਨ ਨਹੀਂ ਗਿਆ, ਦੁਬਾਰਾ ਜਦ ਫਿਰ ਮਿਲਣੀ ਹੋਈ ਸੀ ਲੁਧਿਆਣੇ ਸਰਦਾਰ ਮੇਵਾ ਸਿੰਘ ਦੀ ਨੱਥਾ ਸਿੰਘ ਨਾਲ, ਅਤੇ ਫਿਰ ਮੇਵਾ ਸਿੰਘ ਨੇ ਦੇਖਿਆ ਵੀ ਨੱਥਾ ਸਿੰਘ ਦੀ ਹਾਲਤ ਜਿਉਂਦੀ ਤੋਂ ਹੀ ਆ। ਫਿਰ ਮੇਵਾ ਸਿੰਘ ਨੇ ਵੈਸੇ ਹੀ ਪੁੱਛਿਆ ਵੀ ਤੁਸੀਂ ਮਹਾਂਪੁਰਖਾਂ ਦੇ ਪਾਸ ਨਹੀਂ ਸੀ ਗਏ। ਜਦ ਇੰਨੀ ਗੱਲ ਹੋਈ ਤਾਂ ਫਿਰ ਨੱਥਾ ਸਿੰਘ ਜਿਹੜਾ ਸੀਗਾ ਮੇਵਾ ਸਿੰਘ ਨੂੰ ਕਹਿਣ ਲੱਗਾ ਕਿ ਮੇਰਾ ਟਾਈਮ ਨਹੀਂ ਲੱਗਾ। ਤਾਂ ਫਿਰ ਸਰਦਾਰ ਮੇਵਾ ਸਿੰਘ ਨੱਥਾ ਸਿੰਘ ਨੂੰ ਕਹਿਣ ਲੱਗੇ ਕਿ ਕੰਮ ਤਾਂ ਇਸ ਤਰ੍ਹਾਂ ਚੱਲਦੇ ਰਹਿਣੇ ਆ, ਤੁਸੀਂ ਇਕੱਠੇ ਹੋ ਕੇ ਹੰਬਲਾ ਮਾਰੋ। ਤਾਂ ਉਸ ਤੋਂ ਬਾਅਦ ਫਿਰ ਨੱਥਾ ਸਿੰਘ ਕਹਿਣ ਲੱਗਾ ਕਿ ਇਸ ਤਰ੍ਹਾਂ ਕਰਦੇ ਹਾਂ, ਆਪਾਂ ਬਸੀਏ ਇਕੱਠੇ ਹੋ ਜਾਂਦੇ ਹਾਂ, ਉੱਥੋਂ ਫਿਰ ਝੋਰੜੀ ਮਹਾਂਪੁਰਖ ਦੇ ਦਰਸ਼ਨ ਕਰਨ ਜਾਵਾਂਗੇ। ਦੇਖੋ ਇੱਕ ਦਿਨ ਇਹਨੇ ਪ੍ਰੋਗਰਾਮ ਬਣਾਇਆ। ਜਦ ਪ੍ਰੋਗਰਾਮ ਬਣਾਇਆ ਤਾਂ 1 ਦਰਜਨ ਕੇਲੇ ਨੱਥਾ ਸਿੰਘ ਹੋਣਾ ਨੇ ਪ੍ਰਸ਼ਾਦ ਦੇ ਵਜੋਂ ਲਏ ਅਤੇ ਇਹ ਝੋਰੜੀ ਪਹੁੰਚ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ। ਅਤੇ ਉਦੋਂ ਗਰਮੀਆਂ ਦਾ ਦਿਨ ਸੀਗਾ, ਉਹ ਬਾਹਰ ਇੱਕ ਤੂਤ ਸੀਗਾ, ਤੂਤ ਦੇ ਉੱਤੇ ਇਹਨਾਂ ਨੇ ਆਪਣਾ ਪ੍ਰਸ਼ਾਦ ਵਾਲਾ ਝੋਲਾ ਟੰਗ ਦਿੱਤਾ, ਹੇਠਾਂ ਬੈਠ ਗਏ। ਜਦ ਉੱਥੇ ਦੇਖਿਆ ਬਹੁਤ ਸੰਗਤ ਹੈਗੀ ਆ, ਮਨ 'ਚ ਸੋਚਿਆ ਵੀ ਸਾਡੀ ਵਾਰੀ ਮਹਾਂਪੁਰਖਾਂ ਦੇ ਪਾਸ ਕਦ ਆਊਗੀ। ਪਰ ਫਿਰ ਨੱਥਾ ਸਿੰਘ ਨੇ ਦੇਖਿਆ ਕਿ ਉੱਥੇ ਇੱਕ ਸੁੱਚਾ ਸਿੰਘ ਸੀਗਾ ਜਿਹੜਾ ਮਹਾਂਪੁਰਖਾਂ ਦਾ ਸੇਵਾ ਕਰਦਾ ਹੁੰਦਾ ਸੀ ਉਹਨਾਂ ਟਾਈਮਾਂ ਵਿੱਚ। ਅਤੇ ਫਿਰ ਨੱਥਾ ਸਿੰਘ ਕਹਿਣ ਲੱਗਾ ਵੀ ਸੁੱਚਾ ਸਿੰਘ ਆਪਣੀ ਬਰਾਦਰੀ ਦਾ ਹੈਗਾ, ਇਹਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਮਹਾਂਪੁਰਖਾਂ ਦੇ ਦਰਸ਼ਨ ਕਰਾ ਦੇਵੇ। ਜਦ ਇੰਨੀ ਗੱਲ ਹੋਈ ਅਤੇ ਸੁੱਚਾ ਸਿੰਘ ਨੇ ਫਿਰ ਇਹਨਾਂ ਨੂੰ ਆਖਿਆ ਕਿ ਅਗਰ ਤੁਸੀਂ ਘਰੋਂ ਤੁਰਨ ਲੱਗੇ ਅਰਦਾਸ ਬੇਨਤੀ ਕਰਕੇ ਜਾਂਦੇ ਤਾਂ ਹੁਣ ਤੱਕ ਤੁਹਾਨੂੰ ਦਰਸ਼ਨ ਹੋ ਜਾਣੇ ਸੀ, ਤੁਹਾਨੂੰ ਮਹਾਂਪੁਰਖਾਂ ਨੇ ਆਪੇ ਆਵਾਜ਼ ਮਾਰ ਲੈਣੀ ਸੀਗੀ। ਪਰ ਫਿਰ ਵੀ ਉਹਨੇ ਕਿਹਾ ਕਿ ਚਲੋ ਤੁਸੀਂ ਆਏ, ਮੈਂ ਮਹਾਂਪੁਰਖਾਂ ਦੇ ਪਾਸ ਤੁਹਾਨੂੰ ਲੈ ਚੱਲਦਾ। ਫਿਰ ਸੁੱਚਾ ਸਿੰਘ ਜਿਹੜਾ ਸੀਗਾ ਇਹ ਮਹਾਂਪੁਰਖਾਂ ਦੇ ਪਾਸ ਇਹਨਾਂ ਨੂੰ ਲੈ ਗਿਆ। ਜਦ ਗਿਆ ਅਤੇ ਨੱਥਾ ਸਿੰਘ ਅਤੇ ਇਹਦੇ ਪਰਿਵਾਰ ਨੇ ਜਾ ਕੇ ਜਦ ਮੱਥਾ ਟੇਕਿਆ, ਪ੍ਰਸ਼ਾਦ ਵਾਲਾ ਝੋਲਾ ਮਹਾਂਪੁਰਖਾਂ ਦੇ ਅੱਗੇ ਕੀਤਾ। ਜਦ ਅੱਗੇ ਕੀਤਾ ਤਾਂ ਬਾਬਾ ਜੀ ਆਖਣ ਲੱਗੇ, ਕਹਿੰਦੇ ਭਾਈ ਵੀ ਤੁਸੀਂ ਕਿੱਥੋਂ ਆਏ ਆ ਅਤੇ ਕੀ ਕੰਮ ਕਰਦੇ ਆ। ਫਿਰ ਨੱਥਾ ਸਿੰਘ ਨੇ ਦੱਸਿਆ ਸੀਗਾ ਜੀ ਮੈਂ ਲੁਧਿਆਣੇ ਰਹਿੰਦਾ ਹੈਗਾ ਅਤੇ ਮੈਂ ਹੌਜਰੀ ਦਾ ਕੰਮ ਕਰਦਾ। ਬਾਬਾ ਜੀ ਕਹਿਣ ਲੱਗੇ ਕਿ ਇਸ ਹੌਜਰੀ ਵਿੱਚ ਕੀ ਬਣਾਉਂਦੇ ਆ। ਨੱਥਾ ਸਿੰਘ ਕਹਿਣ ਲੱਗਾ ਜੀ ਮੈਂ ਟੋਪੀਆਂ ਬਣਾਉਂਦਾ। ਜਦ ਇੰਨੀ ਤਾਂ ਬਾਬਾ ਈਸ਼ਰ ਸਿੰਘ ਜੀ ਮੁਸਕਰਾ ਪਏ, ਕਹਿੰਦੇ ਵੀ ਲਾਲਿਆਂ ਦੇ ਸਿਰ ਢੱਕਣ ਵਾਸਤੇ। ਪਰ ਦੇਖੋ ਨੱਥਾ ਸਿੰਘ ਨੇ ਮੌਕਾ ਸਾਂਭ ਲਿਆ, ਕਹਿਣ ਲੱਗਾ ਨਹੀਂ ਮਹਾਂਪੁਰਖੋ, ਆਪਣਾ ਪੇਟ ਪਾਲਣ ਵਾਸਤੇ। ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ। ਫਿਰ ਮਹਾਂਪੁਰਖਾਂ ਨੇ ਬਾਬਾ ਕੁੰਦਨ ਸਿੰਘ ਉਹਨਾਂ ਨੂੰ ਆਵਾਜ਼ ਮਾਰੀ ਉੱਥੇ, ਕਹਿਣ ਲੱਗੇ ਵੀ ਕੁੰਦਨ ਸਿੰਘ ਇਸ ਤਰ੍ਹਾਂ ਕਰ, ਆਹ ਜਿਹੜਾ ਪ੍ਰਸ਼ਾਦ ਲੈ ਕੇ ਆਏ ਆ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਤਾਂ ਲੈ ਆ। ਦੇਖੋ ਬਾਬਾ ਕੁੰਦਨ ਸਿੰਘ ਹੋਣੀ ਉਹ ਝੋਲਾ ਜਿਹੜਾ ਸੀ ਕੇਲਿਆਂ ਵਾਲਾ ਉਹ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੇ ਅੱਗੇ ਲਿਆ ਕੇ ਮੱਥਾ ਟੇਕ ਕੇ ਜਦ ਲੈ ਕੇ ਆਏ ਅਤੇ ਜਦ ਬਾਬਾ ਈਸ਼ਰ ਸਿੰਘ ਹੋਣਾ ਨੇ ਝੋਲਾ ਖੋਲ੍ਹਿਆ, ਜਦ ਕੀ ਦੇਖਿਆ ਅਤੇ ਉਹਦੇ ਵਿੱਚ 12 ਪਹਿਲਾਂ ਕੇਲੇ ਸੀਗੇ, ਪਰ ਜਦ ਝੋਲਾ ਖੋਲ੍ਹਿਆ ਉਹਦੇ ਵਿੱਚ 6 ਕੇਲੇ ਰਹਿ ਗਏ। ਜਦ 6 ਕੇਲੇ ਰਹਿ ਗਏ ਅਤੇ ਇਹ ਜਿਹੜੀ ਪਹਿਲਾ ਚਮਤਕਾਰ ਸੀਗਾ ਦੇਖ ਕੇ ਨੱਥਾ ਸਿੰਘ ਹੈਰਾਨ ਹੋ ਗਿਆ ਵੀ ਕੇਲੇ ਤਾਂ 12 ਨੇ ਸੀ, ਇਹਦੇ ਵਿੱਚ 6 ਕਿਵੇਂ ਰਹਿ ਗਏ। ਪਰ ਉਸ ਟਾਈਮ ਮਹਾਂਪੁਰਖਾਂ ਦੇ ਮੂਹਰੇ ਕੋਈ ਉਹਨੇ ਜਾਣੀ ਸਵਾਲ ਨਹੀਂ ਕੀਤਾ। ਬਾਬਾ ਜੀ ਨੇ ਕੀ ਕੀਤਾ, 3 ਕੇਲੇ ਕੱਢ ਕੇ ਨੱਥਾ ਸਿੰਘ ਨੂੰ ਦੇ ਦਿੱਤੇ 6 'ਚੋਂ, ਅਤੇ 3 ਕੇਲੇ ਉੱਥੇ ਵੰਡ ਵਰਤਾ ਦਿੱਤੇ। ਅਤੇ ਬਾਅਦ ਵਿੱਚ ਫਿਰ ਨੱਥਾ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਵੀ ਗੱਲ ਇੱਦਾਂ ਹੈਗੀ ਆ, ਅੱਜ ਤੋਂ ਬਾਅਦ ਕੋਈ ਵੀ ਚੀਜ਼ ਤੂੰ ਸਾਡੇ ਪਾਸ ਲੈ ਕੇ ਨਹੀਂ ਆਉਣੀ, ਜਦੋਂ ਵੀ ਆਉਣਾ ਤੂੰ ਇਕੱਲੇ ਨੇ ਆਉਣਾ ਹੈਗਾ। ਅਤੇ ਦੂਸਰੀ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਨੱਥਾ ਸਿੰਘ ਨੂੰ ਆਖਿਆ ਸੀਗਾ ਕਿ ਸਾਡੇ ਇੱਥੇ ਤੁਹਾਨੂੰ ਕੋਈ ਬਹੰਗਮ ਕਹੇ, ਕੋਈ ਪਹਿਰੇਦਾਰ ਸਿੰਘ ਕਹੇ ਕੋਈ ਵੀ ਚੀਜ਼ ਲਿਆਉਣ ਨੂੰ, ਤੁਸੀਂ ਕੋਈ ਵੀ ਚੀਜ਼ ਕਦੀ ਵੀ ਲੈ ਕੇ ਨਹੀਂ ਆਉਣੀ, ਜਦੋਂ ਵੀ ਆਉਣਾ ਇਕੱਲੇ ਨੇ ਆਉਣਾ। ਉਸ ਟਾਈਮ ਦਾ ਨੱਥਾ ਸਿੰਘ ਨੇ ਫਿਰ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ, ਕਹਿਣ ਲੱਗੇ ਠੀਕ ਹੈ ਮਹਾਂਪੁਰਖੋ, ਜੋ ਆਪ ਦਾ ਬਚਨ ਮੈਂ ਕਮਾਊਂਗਾ। ਉਸ ਤੋਂ ਬਾਅਦ ਇਹ ਨੱਥਾ ਸਿੰਘ ਦਾ ਪਰਿਵਾਰ ਜਦ ਮੱਥਾ ਟੇਕ ਕੇ ਬਾਹਰ ਗਿਆ, ਬਾਹਰ ਫਿਰ ਜਿਹੜਾ ਸੁੱਚਾ ਸਿੰਘ ਪਹਿਰੇਦਾਰ ਦੀ ਉੱਥੇ ਸੇਵਾ 'ਤੇ ਖੜ੍ਹਾ ਸੀਗਾ, ਉਹਨੇ ਨੱਥਾ ਸਿੰਘ ਨੂੰ ਆਖਿਆ, ਕਹਿੰਦਾ ਵੀ ਨੱਥਾ ਸਿੰਘ ਵੀ ਤੁਸੀਂ ਲੁਧਿਆਣੇ ਰਹਿੰਦੇ ਆ
ਤੇ ਸਾਡੇ ਇਸ ਆਸ਼ਰਮ ਡੇਰੇ ਦੇ ਵਿੱਚ ਨਾ ਕੱਪੜੇ ਦੀ ਬੜੀ ਤੰਗੀ ਆ, ਖਾਸ ਕਰਕੇ ਜਿਹੜੇ ਵਿਹੰਗਮ ਸਾਧੂ ਆ ਉਹਨਾਂ ਵਾਸਤੇ ਕੱਪੜਾ ਨਹੀਂ, ਪਰ ਤੁਹਾਨੂੰ ਲੁਧਿਆਣੇ ਕੱਪੜਾ ਮਿਲਦਾ ਹੈਗਾ। ਇਸ ਕਰਕੇ ਕੋਸ਼ਿਸ਼ ਕਰੀ ਵੀ ਥੋੜ੍ਹਾ ਬਹੁਤਾ ਕੱਪੜਾ ਜਿੰਨਾ ਵੀ ਤੂੰ ਇਕੱਠਾ ਕਰ ਸਕਦਾ ਨਾ ਉਹ ਲਿਆ ਕੇ ਇੱਥੇ ਜ਼ਰੂਰ ਲੈ ਕੇ। ਜਦ ਇੰਨੀ ਗੱਲ ਹੋਈ ਫਿਰ ਨੱਥਾ ਸਿੰਘ ਨੇ ਸੁੱਚਾ ਸਿੰਘ ਨੂੰ ਕਹਿਤਾ ਵੀ ਚੱਲ ਠੀਕ ਆ। ਫਿਰ ਸੁੱਚਾ ਸਿੰਘ ਨੇ ਇਹ ਵੀ ਕਿਹਾ ਕਿ ਜਿੰਨੇ ਤੈਨੂੰ ਪੈਸੇ ਚਾਹੀਦੇ ਹਨ ਬੇਸ਼ੱਕ ਤੂੰ ਮੇਰੇ ਤੋਂ ਹੁਣੇ ਲੈ ਜਾ। ਜਦ ਇੰਨੀ ਗੱਲ ਹੋਈ ਫਿਰ ਨੱਥਾ ਸਿੰਘ ਕਹਿਣ ਲੱਗਾ ਕਿ ਪਹਿਲਾਂ ਮੈਂ ਕੱਪੜਾ ਲਿਆਉਂਗਾ, ਪਹਿਲਾਂ ਮੈਂ ਪੈਸੇ ਆਪਣੇ ਕੋਲੋਂ ਖਰਚ ਦਊਂਗਾ ਅਤੇ ਬਾਕੀ ਜਿਹੜੇ ਪੈਸੇ ਹੋਣਗੇ ਉਹ ਮੈਂ ਤੇਰੇ ਤੋਂ ਜ਼ਰੂਰ ਲੈ ਲੂੰ। ਇੰਨੀ ਗੱਲ ਹੋਈ। ਫਿਰ ਉਹਨਾਂ ਟਾਈਮਾਂ ਵਿੱਚ ਆਪ ਸੰਗਤਾਂ ਨੂੰ ਪਤਾ ਹੈਗਾ ਕਿ ਜਿਹੜਾ ਕੱਪੜਾ ਸੀਗਾ ਉਹਦੀ ਬੜੀ ਕਿੱਲਤ ਸੀਗੀ। ਇਹ ਕੱਪੜਾ ਜਿਹੜਾ ਸੀ ਰਾਸ਼ਨ ਕਾਰਡ ਨਾਲ ਮਿਲਦਾ ਸੀਗਾ ਅਤੇ ਇੱਕ ਕਾਰਡ ਦੇ ਉੱਤੇ 10 ਗਜ ਕੱਪੜਾ ਮਿਲਦਾ ਹੁੰਦਾ ਸੀ ਉਹਨਾਂ ਟਾਈਮਾਂ 'ਚ। ਅਤੇ ਫਿਰ ਨੱਥਾ ਸਿੰਘ ਨੇ ਘਰ ਜਾ ਕੇ ਆਪਣੇ ਜਿਹੜੇ ਸੰਗੀ ਸਾਥੀ ਮਿੱਤਰ ਸੀ ਉਹਨਾਂ ਦੇ ਕਾਰਡ ਇਕੱਠੇ ਕੀਤੇ। ਇਸ ਤਰ੍ਹਾਂ ਜਿਹੜੇ ਸੀ 15-20 ਦਿਨ ਲੱਗ ਗਏ ਅਤੇ ਫਿਰ ਇਹਨੇ 100 ਗਜ ਕੱਪੜਾ ਖਰੀਦ ਲਿਆ। 100 ਗਜ ਕੱਪੜਾ ਜਦ ਡੀਪੂ ਤੋਂ ਲਿਆ ਉਸ ਤੋਂ ਬਾਅਦ ਨੱਥਾ ਸਿੰਘ ਨੇ 5 ਕਿਲੋ ਬਦਾਮ ਲਏ। ਇਸ ਤਰ੍ਹਾਂ ਕਰਕੇ 20 ਕੁ ਦਿਨਾਂ ਬਾਅਦ ਫਿਰ ਜਿਹੜਾ ਸੀਗਾ ਉਹ ਨਾਨਕਸਰ ਆਇਆ। ਜਦ ਨਾਨਕਸਰ ਮਹਾਂਪੁਰਖਾਂ ਦੇ ਪਾਸ ਆਇਆ ਅਤੇ ਜਦ ਬਾਹਰ ਆ ਕੇ ਬੈਠਾ ਅਤੇ ਫਿਰ ਜਦ ਸੁੱਚਾ ਸਿੰਘ ਨੂੰ ਮਿਲਿਆ ਅਤੇ ਸੁੱਚਾ ਸਿੰਘ ਨੇ ਮਨ 'ਚ ਸੋਚਿਆ ਵੀ ਇਹਨੇ ਤਾਂ ਕਾਫੀ ਪੰਡ ਬੰਨ੍ਹ ਲਈ ਆ, ਪਰ ਹੁਣ ਏਡੇ ਭਾਰੀ ਪੰਡ ਦੇਖ ਕੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹਨੂੰ ਦਰਸ਼ਨ ਨਹੀਂ ਦੇਣੇ। ਇਸ ਕਰਕੇ ਸੁੱਚਾ ਸਿੰਘ ਨੇ ਨਾ ਮੌਕਾ ਤਾਣ ਕੇ ਉੱਥੇ ਇੱਕ ਰਾਮ ਸਿੰਘ ਸੇਵਾਦਾਰ ਹੋਏ ਮਣੂਕੇ ਵਾਲੇ, ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਹਨਾਂ ਨੂੰ ਬਾਬਾ ਈਸ਼ਰ ਸਿੰਘ ਹੁਣਾਂ ਦੇ ਦਰਸ਼ਨ ਕਰਾ ਦਿਓ। ਹੁਣ ਜਿਹੜੇ ਰਾਮ ਸਿੰਘ ਸੀ ਉਹ ਵੀ ਸਮਝ ਗਏ ਵੀ ਇਹ ਸੁੱਚਾ ਸਿੰਘ ਕਾਹਤੇ ਇੱਕ ਆਖਦਾ ਹੈਗਾ, ਇਸ ਕਰਕੇ ਰਾਮ ਸਿੰਘ ਮਣੂਕੇ ਵਾਲੇ ਨੇ ਤਾਂ ਕੋਈ ਧਿਆਨ ਨਹੀਂ ਦਿੱਤਾ। ਪਰ ਉਹ ਤੋਂ ਬਾਅਦ ਫਿਰ ਇਹਨਾਂ ਨੇ ਨਾ ਬਾਬਾ ਕੁੰਦਨ ਸਿੰਘ ਹੁਣਾਂ ਨੂੰ ਆਖਿਆ, ਕਿਉਂਕਿ ਕੁੰਦਨ ਸਿੰਘ ਜਿਹੜੇ ਸੀ ਮਹਾਂਪੁਰਖਾਂ ਦੇ ਬੜੇ ਕਰੀਬ ਸੀਗੇ ਉਸ ਟਾਈਮ, ਅਤੇ ਕੁੰਦਨ ਸਿੰਘ ਹੁਣਾਂ ਦੀ ਜੇ ਕੋਈ ਵੀ ਗੱਲ ਜਿਹੜੇ ਸੀਗੇ ਬਾਬਾ ਈਸ਼ਰ ਸਿੰਘ ਕਦੀ ਨਹੀਂ ਸੀ ਮੋੜਦੇ। ਅਤੇ ਸੁੱਚਾ ਸਿੰਘ ਨੇ ਫਿਰ ਬਾਬਾ ਕੁੰਦਨ ਸਿੰਘ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਜਾ ਕੇ ਅੰਦਰ ਦਰਸ਼ਨ ਕਰਾ ਦਿਓ। ਜਦ ਇੰਨੀ ਗੱਲ ਹੋਈ ਤਾਂ ਫਿਰ ਹੈ ਨਾ ਬਾਬਾ ਕੁੰਦਨ ਸਿੰਘ ਹੁਣੀ ਜਦੋਂ ਬਾਬਾ ਈਸ਼ਰ ਸਿੰਘ ਹੁਣਾਂ ਦੇ ਪਾਸ ਜਾ ਕੇ ਖੜ੍ਹੇ ਹੋਏ ਅਤੇ ਦੇਖੋ ਅੰਤਰਜਾਮੀ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੁੰਦਨ ਸਿੰਘ ਨੂੰ ਉਸੇ ਟਾਈਮ ਤਾੜਨਾ ਕਰ ਦਿੱਤੀ ਵੀ ਖਬਰਦਾਰ ਅਗਰ ਤੁਸੀਂ ਕਿਸੇ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਆਏ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਬਾਬਾ ਕੁੰਦਨ ਸਿੰਘ ਹੁਣੀ ਸਮਝ ਗਏ ਵੀ ਗੱਲ ਤਾਂ ਮੈਂ ਕੀਤੀ ਨਹੀਂ, ਪਰ ਮਹਾਂਪੁਰਖ ਜਾਣੀ ਆ ਔਰ ਸਾਰੀ ਗੱਲ ਸਮਝ ਗਏ। ਇਸ ਕਰਕੇ ਨਾ ਬਾਬਾ ਕੁੰਦਨ ਸਿੰਘ ਚੁੱਪ ਕਰਕੇ ਕਿਸੇ ਦੀ ਕੋਈ ਗੱਲਬਾਤ ਨਹੀਂ ਕੀਤੀ। ਸੋ ਉਹ ਜਿਹੜਾ ਸਾਰਾ ਦਿਨ ਸੀਗਾ ਉਹ ਇਸ ਤਰ੍ਹਾਂ ਹੀ ਰਹਿ ਗਿਆ। ਅਗਲਾ ਦਿਨ ਫਿਰ ਚੜ੍ਹ ਗਿਆ। ਜਦ ਅਗਲਾ ਦਿਨ ਚੜ੍ਹ ਗਿਆ ਪਿੱਛੋਂ ਜਿਹੜੀ ਸੰਗਤ ਹੈ ਸਾਰੀ ਭਗਤ ਆ ਗਈ, ਪਰ ਇਹ ਨੱਥਾ ਸਿੰਘ ਜਿਹੜਾ ਸੀਗਾ ਇਹ ਸਾਰੀ ਕੱਪੜਿਆਂ ਦੀ ਗੰਢ ਲੈ ਕੇ ਅਤੇ 5 ਕਿਲੋ ਜਿਹੜੇ ਇਹਨੇ ਬਦਾਮ ਵਿੱਚ ਲੇਸੀ ਵਿੱਚ ਬੰਨੇ ਸੀ ਉਹ ਸਾਰੀ ਲੈ ਕੇ ਬੈਠਾ। ਜਦ ਬੈਠਾ ਫਿਰ ਉਹਨੇ ਬੇਨਤੀ ਕੀਤੀ। ਫਿਰ ਸੁੱਚਾ ਸਿੰਘ ਨੇ ਫਿਰ ਰਾਮ ਸਿੰਘ ਮਣੂਕੇ ਵਾਲੇ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਜਾ ਕੇ ਨਿਮਰਤਾ ਦੇ ਨਾਲ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਬੇਨਤੀ ਕਰ ਦਿਓ, ਕਿਉਂਕਿ ਜਿਹੜੇ ਰਾਮ ਸਿੰਘ ਮਣੂਕੇ ਵਾਲੇ ਸੀ ਇਹ ਬਾਬਾ ਈਸ਼ਰ ਸਿੰਘ ਹੁਣਾਂ ਦੀ ਵੀ ਕਾਫੀ ਕਰੀਬੀ ਸੀ ਸੇਵਾ ਦੇ ਵਿੱਚ। ਫਿਰ ਰਾਮ ਸਿੰਘ ਹੁਣਾਂ ਨੂੰ ਤਰਸ ਆਇਆ ਵੀ ਦੇਖੋ ਕੱਲ੍ਹ ਦੇ ਬੈਠੇ ਆ, ਅਜੇ ਤੱਕ ਇਹਨਾਂ ਦਾ ਭੁਗਤਾਨ ਨਹੀਂ ਹੋਇਆ ਬਾਬਾ ਜੀ ਦੇ ਦਰਸ਼ਨ ਵਾਸਤੇ। ਇਸ ਕਰਕੇ ਰਾਮ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਬੇਨਤੀ ਕੀਤੀ ਅਤੇ ਫਿਰ ਬਾਬਾ ਈਸ਼ਰ ਸਿੰਘ ਜਿਹੜੇ ਸੀਗੇ ਉਹ ਫਿਰ ਰਾਮ ਸਿੰਘ ਨੂੰ ਕਹਿਣ ਲੱਗੇ ਕਿ ਜਦ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਦੋਂ ਵੀ ਆਉਣਾ ਇਕੱਲਿਆਂ ਨੇ ਆਉਣਾ, ਕੋਈ ਵੀ ਸਮਾਨ ਸੌਦਾ ਲੈ ਕੇ ਇੱਥੇ ਨਹੀਂ ਵੜਨਾ, ਫਿਰ ਉਹਨਾਂ ਨੇ ਸਾਡਾ ਵਚਨ ਕਾਹਤੇ ਨਹੀਂ ਮੰਨਿਆ। ਜਦ ਇੰਨੀ ਗੱਲ ਹੋਈ ਤਾਂ ਫਿਰ ਰਾਮ ਸਿੰਘ ਕਹਿਣ ਲੱਗੇ ਕਿ ਮਹਾਂਪੁਰਖੋ ਚਲੋ ਉਹ ਪਹਿਲੀ ਵਾਰ ਆਏ ਆ, ਸੋ ਇਸ ਕਰਕੇ ਉਹਨਾਂ ਕੋਲ ਗਲਤੀ ਹੋ ਹੀ ਜਾਂਦੀ ਹੈ, ਤੁਸੀਂ ਉਹਨਾਂ ਨੂੰ ਮਾफ़ ਕਰ ਦਿਓ ਅਤੇ ਉਹਨਾਂ ਦੇ ਨਾਲ ਤੁਸੀਂ ਹੈ ਨਾ ਦਰਸ਼ਨਾਂ ਦੀ ਗੱਲਬਾਤ ਜ਼ਰੂਰ ਸਾਂਝੀ ਕਰੋ। ਇੰਨੀ ਗੱਲ ਹੋਈ ਅਤੇ ਫਿਰ ਬਾਬਾ ਈਸ਼ਰ ਸਿੰਘ ਕਹਿੰਦੇ ਜਾ, ਫਿਰ ਉਹਨਾਂ ਨੂੰ ਅੰਦਰ ਭੇਜ ਦੇ। ਇੰਨੀ ਗੱਲ ਹੋਈ ਫਿਰ ਨੱਥਾ ਸਿੰਘ ਨੂੰ ਜਦ ਰਾਮ ਸਿੰਘ ਨੇ ਕਿਹਾ ਵੀ ਤੁਹਾਨੂੰ ਬਾਬਾ ਜੀ ਨੇ ਅੰਦਰ ਬੁਲਾਇਆ, ਫਿਰ ਜਿਹੜਾ ਨੱਥਾ ਸਿੰਘ ਸੀ ਇਹ ਬੜਾ ਖੁਸ਼ ਹੋ ਗਿਆ। ਇਹਨੇ ਜਾ ਕੇ ਉਹ ਜਿਹੜੀ ਕੱਪੜੇ ਵਾਲੀ ਗੰਢ ਸੀਗੀ ਉਹ ਬਾਬਾ ਜੀ ਦੇ ਚਰਨਾਂ 'ਚ ਲਿਆ ਕੇ ਮੱਥਾ ਟੇਕਿਆ। ਬਾਬਾ ਜੀ ਨੇ ਇਹਦੇ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ ਕਹਿੰਦੇ ਵੀ ਆਹ ਕੀ ਚੱਕ ਕੇ ਲਿਆਂਦਾ। ਜਦ ਇੰਨੀ ਗੱਲ ਹੋਈ ਤਾਂ ਫਿਰ ਨੱਥਾ ਸਿੰਘ ਨੇ ਕਿਹਾ ਕਹਿੰਦਾ ਬਾਬਾ ਜੀ ਵੀ ਇਹ ਥੋੜ੍ਹੇ ਕੱਪੜੇ ਹੈਗੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਆਖਣ ਲੱਗੇ ਕਿ ਜਦ ਅਸੀਂ ਤੈਨੂੰ ਪਹਿਲੀ ਵਾਰ ਕਿਹਾ ਸੀਗਾ ਕਿ ਅਗਰ ਤੂੰ ਸਾਡੇ ਪਾਸ ਆਉਣਾ ਹੈ ਕੋਈ ਚੀਜ਼ ਲੈ ਕੇ ਨਹੀਂ ਆਉਣੀ, ਤੂੰ ਇਕੱਲੇ ਨੂੰ, ਫਿਰ ਤੂੰ ਸਾਡਾ ਵਚਨ ਕਾਹਤੇ ਨਹੀਂ ਮੰਨਿਆ। ਤਾਂ ਫਿਰ ਨੱਥਾ ਸਿੰਘ ਨੇ ਆਖਿਆ ਕਿ ਮਹਾਂਪੁਰਖੋਂ ਮੈਂ ਕੀ ਕਰਾਂ, ਵਚਨ ਤਾਂ ਮੈਂ ਆਪਦਾ ਮੰਨਣਾ ਸੀਗਾ ਪਰ ਮੈਂ ਮਜਬੂਰ ਹੋ ਗਿਆ। ਬਾਬਾ ਜੀ ਕਹਿਣ ਲੱਗੇ ਕਾਹਦੀ ਮਜਬੂਰੀ ਹੋਈ। ਤਾਂ ਫਿਰ ਨੱਥਾ ਸਿੰਘ ਨੇ ਸਾਰੀ ਗੱਲਬਾਤ ਕਹਿ ਦਿੱਤੀ ਕਿ ਕਿਵੇਂ ਸੁੱਚਾ ਸਿੰਘ ਨੇ ਜਿਹੜਾ ਕਿਹਾ ਸੀਗਾ ਵੀ ਤੂੰ ਕੱਪੜੇ ਲੈ ਲਈ, ਇੱਥੇ ਬਹੰਗਮ ਸਾਧੂਆਂ ਦੇ ਵਾਸਤੇ ਕੱਪੜੇ ਦੀ ਤੰਗੀ ਆ, ਇਸ ਕਰਕੇ ਮੈਂ ਜਿਹੜੇ ਕੱਪੜੇ ਸੀਗੇ ਉਹ 100 ਗਜ ਲੈ ਲਏ ਆ। ਬਾਬਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ। ਉਸ ਤੋਂ ਬਾਅਦ ਵੀ ਬਾਬਾ ਜੀ ਨੇ ਬਾਬਾ ਕੁੰਦਨ ਸਿੰਘ ਵੱਲ ਹੋਣਾ ਦੇਖਿਆ, ਕਹਿਣ ਲੱਗੇ ਵੀ ਕੁੰਦਨ ਸਿੰਘ ਇਸ ਤਰ੍ਹਾਂ ਕਰ ਵੀ ਆਹ ਗੰਢ ਖੋਲ੍ਹ। ਜਦ ਗੰਢ ਖੋਲ੍ਹੀ ਤਾਂ ਕੱਪੜਿਆਂ ਦੇ ਵਿੱਚੋਂ 5 ਕਿਲੋ ਬਦਾਮ ਨਿਕਲੇ। ਜਦ ਬਦਾਮ ਲੈ ਕੇ ਬਾਬਾ ਜੀ ਨੇ ਦੇਖਿਆ ਵੀ ਇਹ ਤਾਂ ਕੱਪੜੇ ਲੈ ਕੇ ਵਿੱਚ ਬਦਾਮ ਵੀ ਪਏ ਆ, ਅਤੇ ਬਾਬਾ ਜੀ ਕਹਿਣ ਲੱਗੇ ਬਦਾਮ ਕਾਹਦੇ ਵਾਸਤੇ ਲਿਆਂਦੇ। ਅਤੇ ਨੱਥਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ ਇੱਥੇ ਜਿੰਨੇ ਵੀ ਹੈ ਨਾ ਪਾਠੀ ਸਿੰਘ ਹੈਗੇ ਆ, ਜਿੰਨੇ ਗ੍ਰੰਥੀ ਸਿੰਘ ਹੈਗੇ ਆ, ਉਹ ਅਕਸਰ ਹੈ ਨਾ ਬਦਾਮ ਖਾਂਦੇ, ਇਸ ਕਰਕੇ ਮੈਂ ਬਦਾਮ ਲੈ ਗਿਆ। ਅਤੇ ਬਾਬਾ ਜੀ ਫਿਰ ਬਾਬਾ ਕੁੰਦਨ ਸਿੰਘ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਵੀ ਇੱਦਾਂ ਕਰ,
ਆ ਗੰਢ ਚੱਕ ਕੇ ਨਾ ਬਾਹਰ ਛੱਡ ਦੇ। ਜਦ ਇੰਨੀ ਗੱਲ ਹੋਈ ਤੇ ਬਾਬਾ ਕੁੰਦਨ ਸਿੰਘ ਹੁਣੀ ਹੱਥ ਹੀ ਪਾਉਣ ਲੱਗੇ ਸੀ ਗੰਢ ਨੂੰ, ਤੇ ਇੱਧਰ ਨੱਥਾ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨ ਫੜ ਲਏ। ਚਰਨ ਫੜ ਕੇ ਰੋਣ ਲੱਗ ਪਏ। ਜਦ ਰੋਣ ਲੱਗ ਪਏ ਤੇ ਫਿਰ ਬਾਬਾ ਈਸ਼ਰ ਸਿੰਘ ਕਹਿਣ ਲੱਗੇ, ਕਹਿੰਦੇ ਭਾਈ ਦੱਸ ਕੀ ਗੱਲ ਵਾ। ਤਾਂ ਫਿਰ ਨੱਥਾ ਸਿੰਘ ਕਹਿਣ ਲੱਗੇ, ਮਹਾਂਪੁਰਖੋ ਮੇਰੀ ਪਹਿਲੀ ਭੇਟਾ ਸੇਵਾ ਜ਼ਰੂਰ ਪ੍ਰਵਾਨ ਕਰੋ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਚੱਲ ਠੀਕ ਆ, ਅੱਗੇ ਵਾਸਤੇ ਕਦੀ ਵੀ ਆਉਣਾ ਕੋਈ ਸਮਾਨ ਲੈ ਕੇ ਸਾਡੇ ਪਾਸ ਨਹੀਂ ਆਉਣਾ, ਜਦੋਂ ਵੀ ਆਉਣਾ ਇਕੱਲੇ ਨੇ ਆਉਣਾ ਹੈ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਬਾਬਾ ਕੁੰਦਨ ਸਿੰਘ ਨੂੰ ਕਿਹਾ ਵੀ ਇਹ ਸਾਰਾ ਸਮਾਨ ਚੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਤੇ ਫਿਰ ਉਹ ਜਿਹੜਾ ਅੰਦਰ ਰੱਖ ਦਿਓ। ਉਸ ਤੋਂ ਬਾਅਦ ਦੇਖੋ ਬਾਬਾ ਕੁੰਦਨ ਸਿੰਘ ਹੁਣਾਂ ਨੇ ਉਹ ਕੱਪੜੇ ਦੀ ਜਿਹੜੀ ਸੀ ਉਹ ਗੰਢ ਉਹ ਚੱਕ ਕੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਤੇ ਫਿਰ ਉਹ ਜਿਹੜੀ ਭੇਟਾਂ ਦੀ ਸਵੀਕਾਰ ਕਰਕੇ ਇੱਕ ਪਾਸੇ ਰੱਖ ਦਿੱਤੀ। ਜਦ ਰੱਖੀ ਆ ਤੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਬਾਬਾ ਨੱਥਾ ਸਿੰਘ ਨੂੰ ਆਖਿਆ, ਕਹਿੰਦੇ ਦੇਖ ਭਾਈ ਤੇਰਾ ਤੇ ਸਾਡਾ ਜਿਹੜਾ ਨਾ ਬੜਾ ਪੁਰਾਣਾ ਸੰਬੰਧ ਚੱਲਾ ਆ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਉਸ ਤੋਂ ਬਾਅਦ ਫਿਰ ਜਿਹੜੇ ਨੱਥਾ ਸਿੰਘ ਜੀ ਖੁਸ਼ ਹੋ ਗਏ ਤੇ ਬਾਬਾ ਕੁੰਦਨ ਸਿੰਘ ਹੁਣਾਂ ਨੂੰ ਆਖਣ ਲੱਗੇ ਕਿ ਇਹਨਾਂ ਨੂੰ ਪਹਿਲਾਂ ਨਾ ਪ੍ਰਸ਼ਾਦਾ ਪਾਣੀ ਛਕਾਓ। ਸੋ ਉਸ ਤੋਂ ਬਾਅਦ ਜਦ ਇਹਨੇ ਪ੍ਰਸ਼ਾਦਾ ਪਾਣੀ ਛਕਿਆ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਨੱਥਾ ਸਿੰਘ ਹੁਣਾਂ ਨੂੰ ਨਿਤਨੇਮ ਦਿੱਤਾ ਸੀਗਾ। ਜਦ ਨਿਤਨੇਮ ਦਿੱਤਾ ਤੇ ਉਹਦੇ ਵਿੱਚ ਇਹ ਵੀ ਦੱਸਿਆ ਕਿ ਨਿਤਨੇਮ ਕਿਵੇਂ ਕਰਨਾ, ਕਿਵੇਂ ਬਾਣੀਆਂ ਪੜ੍ਹਨੀਆਂ ਹੈ। ਇਸ ਤਰ੍ਹਾਂ ਕਰਦੇ ਫਿਰ ਨੱਥਾ ਸਿੰਘ ਹੁਣਾਂ ਦਾ ਜਿਹੜਾ ਪ੍ਰੇਮ ਸੀ ਬਾਬਾ ਈਸ਼ਰ ਸਿੰਘ ਦੇ ਨਾਲ ਇੰਨਾ ਹੋ ਗਿਆ ਸੀਗਾ। ਦੱਸਦੇ ਆ ਕਿ ਸਮਾਂ ਪਾ ਕੇ ਸਰਦਾਰ ਨੱਥਾ ਸਿੰਘ ਬਾਬਾ ਈਸ਼ਰ ਸਿੰਘ ਹੁਣਾਂ ਦੇ ਸ਼੍ਰੋਮਣੀ ਸਤ ਸੰਗੀਆਂ ਦੇ ਵਿੱਚੋਂ ਗਿਣੇ ਜਾਣ ਲੱਗੇ ਸੀ। ਸੋ ਉਸ ਤੋਂ ਬਾਅਦ ਫਿਰ ਨੱਥਾ ਸਿੰਘ ਹੁਣਾਂ 'ਤੇ ਐਸੀ ਕਿਰਪਾ ਹੋਈ ਕਿ ਜਿਹੜੀ ਘਰ ਦੀ ਗਰੀਬੀ ਸੀ ਉਹ ਦਿਨਾਂ ਦੇ ਵਿੱਚ ਬਦਲਣੀ ਸ਼ੁਰੂ ਹੋ ਗਈ। ਜਦ ਬਦਲਣੀ ਸ਼ੁਰੂ ਹੋ ਗਈ ਤੇ ਇਸ ਤਰ੍ਹਾਂ ਜਿਹੜੇ ਸੀਗੇ ਇਹਨਾਂ ਦੀ ਬੜੀ ਚੜ੍ਹਦੀ ਕਲਾ ਹੋਈ। ਇੱਕ ਵਾਰ ਦੱਸਦੇ ਆ ਕਿ ਲੁਧਿਆਣੇ ਨੱਥਾ ਸਿੰਘ ਹੁਣਾਂ ਨੇ ਜਿਹੜਾ ਜਦੋਂ ਮਾਲ ਪਾਇਆ ਸੀ ਉਸ ਟਾਈਮ ਵਿਕਰੀ ਬੜੀ ਘੱਟ ਹੋਈ। ਜਦ ਵਿਕਰੀ ਘੱਟ ਹੋਈ ਤੇ ਫਿਰ ਨੱਥਾ ਸਿੰਘ ਦੇ ਮਨ 'ਚ ਆਇਆ ਵੀ ਭਾਈ ਇੱਥੇ ਦਾ ਸਮਾਨ ਲੁਧਿਆਣੇ ਨਾਲ ਵਿਕਦਾ ਨਹੀਂ, ਕਿਉਂ ਨਾ ਜਿਹੜਾ ਹੈ ਨਾ ਇਹ ਸਾਰਾ ਸਮਾਨ ਦਿੱਲੀ ਜਾ ਕੇ ਵੇਚਾਂ। ਪਰ ਦੇਖੋ ਹੁਣ ਸਰਕਾਰੀ ਕਾਨੂੰਨ ਦੇ ਅਨੁਸਾਰ ਕੋਈ ਵੀ ਆਦਮੀ ਦਿੱਲੀ ਦੇ ਵਿੱਚ ਇਸ ਤਰ੍ਹਾਂ ਸਮਾਨ ਨਹੀਂ ਵੇਚ ਸਕਦਾ। ਪਰ ਨੱਥਾ ਸਿੰਘ ਹੁਣਾਂ ਨੂੰ ਮਹਾਂਪੁਰਖਾਂ ਦੇ ਚਰਨਾਂ ਉੱਤੇ ਬੜਾ ਭਰੋਸਾ ਸੀਗਾ। ਇਸ ਕਰਕੇ ਨੱਥਾ ਸਿੰਘ ਹੁਣਾਂ ਨੇ ਉਸੇ ਟਾਈਮ ਅਰਦਾਸ ਕੀਤੀ। ਅਰਦਾਸ ਕਰਕੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਸਾਰਾ ਜਿਹੜਾ ਸਮਾਨ ਸੀਗਾ ਉਹਦਾ ਇੱਕ ਟਰੱਕ ਭਰ ਲਿਆ ਤੇ ਦਿੱਲੀ ਚਲੇ ਗਿਆ। ਜਦ ਦਿੱਲੀ ਪਹੁੰਚਿਆ ਸੀਗਾ ਉਹਨਾਂ ਟਾਈਮਾਂ 'ਚ ਤੇ ਉਸ ਟਾਈਮ ਫਿਰ ਦਿੱਲੀ ਦੇ ਵਿੱਚ ਇਹਦੇ ਜਿਹੜੇ ਪੁਰਾਣੇ ਮਿੱਤਰ ਵਪਾਰੀ ਸੀ ਇਹਨੂੰ ਦਿੱਲੀ ਦੇ ਵਿੱਚ ਮਿਲੇ। ਜਦ ਦਿੱਲੀ 'ਚ ਮਿਲੇ ਤਾਂ ਇਹਨਾਂ ਵਪਾਰੀਆਂ ਨੇ ਫਿਰ ਨੱਥਾ ਸਿੰਘ ਨੂੰ ਆਖਿਆ ਕਿ ਅਸੀਂ ਵੀ ਸਮਾਨ ਵੇਚਣ ਦਿੱਲੀ ਆਏ ਹਾਂ, ਤੂੰ ਇਸ ਤਰ੍ਹਾਂ ਕਰ ਵੀ 10-15 ਦਿਨ ਰੁਕ ਜਾ, ਪਹਿਲਾਂ ਸਾਡਾ ਸਮਾਨ ਵਿਕ ਲੈਂਦੇ, ਜਦੋਂ ਸਾਡਾ ਸਮਾਨ ਜਿਹੜਾ ਵਿਕ ਜਾਊਗਾ ਉਸ ਤੋਂ ਬਾਅਦ ਤੇਰਾ ਸਮਾਨ ਅਸੀਂ ਨਾ ਮਹਿੰਗੇ ਭਾਅ 'ਤੇ ਲਵਾਵਾਂਗੇ। ਦੇਖੋ ਨੱਥਾ ਸਿੰਘ ਜਿਹੜਾ ਸੀਗਾ ਉਹ 10-15 ਦਿਨ ਰੁਕ ਗਿਆ ਤੇ ਜਦੋਂ ਉਹਨਾਂ ਵਪਾਰੀਆਂ ਦਾ ਸਮਾਨ ਵਿਕ ਗਿਆ ਉਹਨਾਂ ਵਪਾਰੀਆਂ ਨੇ ਨੱਥਾ ਸਿੰਘ ਦਾ ਸਮਾਨ ਜਦ ਵੇਚਿਆ ਤੇ ਵਾਕਈ ਨੱਥਾ ਸਿੰਘ ਦਾ ਸਮਾਨ ਉਹ ਟਾਈਮਾਂ ਦੇ ਵਿੱਚ ਬੜੇ ਮਹਿੰਗੇ ਭਾਅ ਵਿਕਿਆ ਸੀ ਦਿੱਲੀ ਦੇ ਵਿੱਚ। ਤੇ ਫਿਰ ਨੱਥਾ ਸਿੰਘ ਨੂੰ 16,660 ਰੁਪਈਏ ਜਿਹੜੀ ਸੀ ਆਮਦਨੀ ਹੋਈ ਸੀ ਦਿੱਲੀ ਦੇ ਵਿੱਚ। ਜਦ ਦਿੱਲੀ ਦੇ ਵਿੱਚ ਸਮਾਨ ਵੇਚ ਕੇ ਇੰਨਾ ਪੈਸਾ ਬਚ ਗਿਆ ਤੇ ਫਿਰ ਨੱਥਾ ਸਿੰਘ ਜਿਹੜਾ ਸੀਗਾ ਬੜਾ ਖੁਸ਼ ਹੋਇਆ। ਫਿਰ ਇਹਦੇ ਮਨ ਦੇ ਵਿੱਚ ਆਈ ਕਿ ਇਹ ਸਾਰੀ ਕਿਰਪਾ ਤਾਂ ਬਾਬਾ ਈਸ਼ਰ ਸਿੰਘ ਹੁਣਾਂ ਦੀ ਆ, ਇਸ ਕਰਕੇ ਕਿਉਂ ਨਾ ਹੋਵਾਂ ਕਿ ਮੈਨੂੰ ਹੈ ਨਾ ਬਾਬਾ ਜੀ ਦੇ ਚਰਨਾਂ ਵਿੱਚ ਕੋਈ ਐਸੀ ਚੀਜ਼ ਭੇਟਾ ਕਰਨੀ ਚਾਹੀਦੀ ਆ ਤੇ ਜਿਹਦੇ ਨਾਲ ਬਾਬਾ ਜੀ ਦੀ ਜਿਹੜੀ ਪ੍ਰਸੰਨਤਾ ਹੱਥ ਹੋ ਜਾਵੇ। ਉਸ ਤੋਂ ਬਾਅਦ ਫਿਰ ਨੱਥਾ ਸਿੰਘ ਦਾ ਇੱਕ ਰਿਸ਼ਤੇਦਾਰ ਸੀਗਾ। ਇਹ ਜਿਹੜਾ ਰਿਸ਼ਤੇਦਾਰ ਸੀ ਇਹਦਾ ਨਾਂ ਸੀ ਗੁਰਬਖਸ਼ ਸਿੰਘ। ਇਹ ਜਿਹੜਾ ਗੁਰਬਖਸ਼ ਸਿੰਘ ਸੀਗਾ ਤੇ ਇਹਦੇ ਨਾਲ ਨੱਥਾ ਸਿੰਘ ਨੇ ਗੱਲ ਕੀਤੀ। ਜਦ ਨੱਥਾ ਸਿੰਘ ਨੇ ਗੱਲ ਕੀਤੀ ਤੇ ਗੱਲ ਕਰਕੇ ਗੁਰਬਖਸ਼ ਨੂੰ ਕਿਹਾ ਕਿ ਇੱਕ ਵਧੀਆ ਕਾਰ ਲੈ, ਇਹ ਕਾਰ ਆਪਾਂ ਹੈ ਨਾ ਬਾਬਾ ਈਸ਼ਰ ਸਿੰਘ ਹੁਣਾਂ ਦੀ ਸੇਵਾ ਦੇ ਵਿੱਚ ਭੇਟ ਕਰਨੀ ਆ। ਦੇਖੋ ਜਿਹੜਾ ਗੁਰਬਖਸ਼ ਸਿੰਘ ਘੋੜੀਆ ਸੀਗਾ ਇਹਨੇ ਇੱਕ ਸਿਵਲ ਕਾਰ ਲਈ ਸੀ ਉਹਨਾਂ ਟਾਈਮਾਂ ਦੇ ਵਿੱਚ। ਇਹ ਜਿਹੜੀ ਕਾਰ ਸੀਗੀ ਨਾ ਇਹ ਸਿਵਲ ਲਾਈਟ ਕਾਰ, ਇਹ ਲੈ ਕੇ ਫਿਰ ਨੱਥਾ ਸਿੰਘ ਨੂੰ ਦੇ ਦਿੱਤੀ। ਜਦ ਨੱਥਾ ਸਿੰਘ ਨੂੰ ਕਾਰ ਦਿੱਤੀ ਉਹ ਕਾਰ ਉਹਨਾਂ ਟਾਈਮਾਂ ਵਿੱਚ 16-17 ਹਜ਼ਾਰ ਦੀ ਆਈ ਸੀ ਦੱਸਦੇ। ਸੋ ਨੱਥਾ ਸਿੰਘ ਇਹ ਕਾਰ ਲੈ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਹਾਜ਼ਰ ਹੋ ਗਿਆ। ਇਹਨੇ ਜਾ ਕੇ ਕਾਰ ਜਿਹੜੀ ਸੀ ਉੱਥੇ ਸਿੱਧੀ ਡੇਰੇ ਦੇ ਵਿੱਚ ਖੜੀ ਕਰਤੀ। ਪਰ ਖੜੀ ਕੀਤੀ ਮਨ 'ਚ ਸੋਚਿਆ ਵੀ ਅਗਰ ਮੈਂ ਬਾਬਾ ਈਸ਼ਰ ਸਿੰਘ ਹੁਣਾਂ ਦੇ ਅੱਗੇ ਬੇਨਤੀ ਕੀਤੀ ਬਾਬਾ ਜੀ ਮੈਨੂੰ ਝਿੜਕਣਗੇ, ਇਸ ਕਰਕੇ ਕਾਰ ਖੜੀ ਕਰਕੇ ਚਾਬੀ ਰੱਖ ਕੇ ਹੈ ਨਾ ਇਹ ਸਿੱਧਾ ਹੀ ਅਰਦਾਸ ਕਰਕੇ ਉੱਥੋਂ ਆਪਣੇ ਘਰ ਆ ਗਿਆ। ਜਦ ਘਰ ਆ ਗਿਆ ਹੁਣ ਅੰਤਰਜਾਮੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਤਾਰ ਖੜਕ ਗਏ। ਜਦ ਤਾਰ ਖੜ ਗਏ ਤੇ ਬਾਬਾ ਈਸ਼ਰ ਸਿੰਘ ਜਦ ਬਾਹਰ ਆਏ ਤੇ ਬਾਹਰ ਆ ਕੇ ਜਦ ਕਾਰ ਦੇ ਕੋਲ ਆਏ ਦੇਖ ਕੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਇੱਥੇ ਕਾਰ ਕੌਣ ਖੜੀ ਕਰ ਗਿਆ ਹੈ। ਸੇਵਾਦਾਰ ਨੇ ਦੱਸਿਆ ਵੀ ਨੱਥਾ ਸਿੰਘ ਆਇਆ ਸੀ, ਉਹ ਕਾਰ ਭੇਟਾ ਕਰ ਗਿਆ ਹੈ। ਬਾਬਾ ਜੀ ਕਹਿਣ ਲੱਗੇ ਹੈਂ ਕਾਰ ਭੇਟਾ ਕਰ ਗਿਆ? ਸੇਵਾਦਾਰ ਕਹਿੰਦੇ ਹਾਂ ਮਹਾਂਪੁਰਖੋ ਕਾਰ ਭੇਟਾ ਕਰ ਗਿਆ, ਅਰਦਾਸ ਕਰਕੇ ਆਪੇ ਹੀ ਚਲੇ ਗਿਆ ਇੱਥੋਂ। ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਦੇਖ ਉਹ ਕਾਰ ਤਾਂ ਇੱਥੇ ਰੱਖ ਗਿਆ ਹੈਗਾ, ਮੁੜ ਕੇ ਫਿਰ ਜਿਹੜੀ ਸੰਗਤ ਹੈਗੀ ਆ ਉਹ ਸਾਨੂੰ ਇੱਥੇ ਤੇਲ ਭੇਟ ਕਰੂਗੀ, ਫਿਰ ਅਸੀਂ ਡਰਾਈਵਰ ਰੱਖਾਂਗੇ, ਇਸ ਤਾਂ ਸਾਰੀ ਜਿਹੜੀ ਉਹ ਮਾਇਆ ਇੱਥੇ ਪਸਰ ਜਾਊਗੀ। ਇਸ ਕਰਕੇ ਬਾਬਾ ਜੀ ਕਹਿਣ ਲੱਗੇ ਵੀ ਇਹ ਜਿਹੜੀ ਕਾਰ ਹੈਗੀ ਉਹਨੇ ਕਿਹਾ ਇੱਥੋਂ ਲੈ ਜਾਵੇ।
ਜਦ ਇੰਨੀ ਗੱਲ ਹੋਈ, ਸੇਵਾਦਾਰਾਂ ਨੇ ਸਰਦਾਰ ਨੱਥਾ ਸਿੰਘ ਨੂੰ ਦੱਸਿਆ। ਨੱਥਾ ਸਿੰਘ ਜਦ ਆਏ, ਇਹਨਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਜਿਹੜੇ ਸੀ ਉਹ ਮੱਥਾ ਟੇਕ ਕੇ ਇਹਨਾਂ ਦੇ ਚਰਨ ਫੜ ਲਏ। ਜਦ ਚਰਨ ਫੜ ਲਏ, ਬਾਬਾ ਜੀ ਕਹਿਣ ਵੀ ਸਾਨੂੰ ਕਾਰ ਨਹੀਂ ਚਾਹੀਦੀ, ਤੂੰ ਇੱਥੋਂ ਲੈ ਜਾ। ਪਰ ਨੱਥਾ ਸਿੰਘ ਕਹਿਣ ਲੱਗਾ ਜੀ ਮੈਂ ਕਾਰ ਨਹੀਂ ਖੜਨੀ। ਪਰ ਬਾਬਾ ਜੀ ਕਹਿਣ ਲੱਗੇ ਕਿ ਅਸੀਂ ਕਾਰ 'ਚ ਬਹਿਣਾ ਹੀ ਨਹੀਂ। ਜਦ ਇੰਨੀ ਗੱਲ ਹੋਈ ਤਾਂ ਫਿਰ ਨੱਥਾ ਸਿੰਘ ਕਹਿਣ ਲੱਗੇ ਵੀ ਤੁਸੀਂ ਇੱਕ ਵਾਰ ਕਾਰ ਦੇ ਵਿੱਚ ਚਰਨ ਤਾਂ ਜ਼ਰੂਰ ਪਾਵੋ। ਪਰ ਜਦੋਂ ਬਹੁਤ ਅਧੀਨਗੀ ਦੇ ਨਾਲ ਸੰਤ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਫਿਰ ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ, ਤੇਰੀ ਅਸੀਂ ਭਾਵਨਾ ਪੂਰੀ ਕਰ ਦਿੰਦੇ ਹਾਂ, ਪਰ ਕਾਰ ਸਾਨੂੰ ਨਹੀਂ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਕਿਹਾ ਸੀ ਕਿ ਪਿਛਲੀ ਸੀਟ ਦੇ ਉੱਤੇ ਹੈ ਨਾ ਵਧੀਆ ਬਿਸਤਰਾ ਜਿਹੜਾ ਹੈਗਾ ਤੁਸੀਂ ਵਿਛਾਵੋ। ਫਿਰ ਪਿਛਲੀ ਸੀਟ 'ਤੇ ਬਿਸਤਰਾ ਵਿਛਾਇਆ ਸੀਗਾ ਅਤੇ ਅਗਲੀ ਸੀਟ ਦੇ ਉੱਤੇ ਫਿਰ ਬਾਬਾ ਈਸ਼ਰ ਸਿੰਘ ਆਪ ਬੈਠੇ ਸੀ। ਪਿਛਲੀ ਸੀਟ 'ਤੇ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਸਵਾਰੀ ਰੱਖੀ ਸੀ। ਫਿਰ ਡਰਾਈਵਰ ਲੈ ਕੇ ਸਿੱਧੇ ਜਿਹੜੇ ਸੀ ਬਾਬਾ ਜੀ ਉਸ ਟਾਈਮ ਫਿਰ ਸਿੱਧਵੀ ਗਏ ਸੀ। ਜਦ ਸਿੱਧਵੀ ਪਹੁੰਚੇ, ਉੱਥੇ ਹਕੀਮ ਦੇ ਬਾਗ ਦੇ ਵਿੱਚ ਪਹੁੰਚੇ ਸੀਗੇ। ਸੋ ਉਸ ਬਾਗ ਦੇ ਵਿੱਚ ਜਾ ਕੇ ਬਾਬਾ ਜੀ 1.5-2 ਘੰਟੇ ਰਹੇ ਆ ਅਤੇ ਉਸ ਬਾਗ ਦੇ ਵਿੱਚ ਘੁੰਮੇ ਆ, ਉਸ ਹਕੀਮ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਬਾਬਾ ਜੀ ਨੇ ਇਹ ਜਿਹੜੀ ਕਾਰ ਸੀ ਫਿਰ ਦੁਬਾਰਾ ਜਿਹੜੀ ਸੀ ਵਾਪਸ ਲਿਆ ਕੇ ਨਾਨਕਸਰ ਕਲੇਰੀ ਖੜ੍ਹੀ ਕੀਤੀ। ਖੜ੍ਹੀ ਕਰਕੇ ਫਿਰ ਨੱਥਾ ਸਿੰਘ ਨੂੰ ਆਖਿਆ, ਕਹਿੰਦੇ ਵੀ ਗੱਲ ਸੁਣ, ਤੇਰੀ ਭਾਵਨਾ ਅਸੀਂ ਪੂਰੀ ਕਰ ਦਿੱਤੀ, ਹੁਣ ਤੂੰ ਕਾਰ ਲੈ ਜਾ ਅਤੇ ਇਹਨੂੰ ਵੇਚ ਦੇ। ਉਸ ਤੋਂ ਬਾਅਦ ਫਿਰ ਨੱਥਾ ਸਿੰਘ ਨੇ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਉਹ ਜਿਹੜੀ ਕਾਰ ਸੀ ਫਿਰ ਦੁਬਾਰਾ ਜਿਹੜੀ ਸੀ ਉਹ ਵੇਚ ਦਿੱਤੀ ਸੀਗੀ। ਸੋ ਇਸ ਤਰ੍ਹਾਂ ਮਹਾਂਪੁਰਖ ਜਿਸ ਦੇ ਉੱਤੇ ਵੀ ਕਿਰਪਾ ਕਰਦੇ ਸੀਗੇ, ਉਹਦੀਆਂ ਜਿੰਨੀਆਂ ਵੀ ਖੁਸ਼ੀਆਂ ਸੀਗੀਆਂ, ਉਹ ਖੁਸ਼ੀਆਂ ਜਿਹੜੀਆਂ ਸੀਗੀਆਂ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਕੇ ਉਹਦਾ ਘਰ ਪੂਰੀ ਤਰ੍ਹਾਂ ਨੱਕੋ ਨੱਕ ਭਰ ਦਿੰਦੇ ਸੀ। ਇਸ ਤਰ੍ਹਾਂ ਇੱਕ ਪ੍ਰੇਮੀ ਜਿਹਦਾ ਨਾਂ ਸੀ ਸਰਦਾਰ ਕਰਤਾਰ ਸਿੰਘ, ਇਹ ਪਿੰਡ ਮੱਲੇ ਵਾਲਾ ਸੀਗਾ, ਬੜਾ ਤਕੜਾ ਜ਼ਿਮੀਂਦਾਰ ਸੀ, ਬੜਾ ਰਹੀਸ ਆਦਮੀ ਸੀ। ਅਤੇ ਇਹਦਾ ਇੱਕ ਲੜਕਾ ਸੀ ਜਿਹਦਾ ਨਾਂ ਸੀ ਭਗਵਾਨ ਸਿੰਘ। ਇਹ ਭਗਵਾਨ ਸਿੰਘ ਜਿਹੜਾ ਸੀ ਇੱਕ ਵਾਰੀ ਦੱਸਦੇ ਬਿਮਾਰ ਹੋਇਆ ਅਤੇ ਇਹ ਕਰਤਾਰ ਸਿੰਘ ਨੇ ਇਹਦਾ ਬੜਾ ਇਲਾਜ ਕਰਾਇਆ, ਕਿਉਂਕਿ ਘਰ 'ਚ ਪੈਸੇ ਦੀ ਕੋਈ ਤੰਗੀ ਨਹੀਂ ਸੀ। ਪਰ ਇਹਦਾ ਲੜਕਾ ਫੇਰ ਵੀ ਨਹੀਂ ਬਚਿਆ ਅਤੇ ਉਸ ਲੜਕੇ ਦੀ ਮੌਤ ਹੋ ਗਈ। ਜਦ ਮੌਤ ਹੋਈ ਕਰਤਾਰ ਸਿੰਘ ਦੇ ਲੜਕੇ ਭਗਵਾਨ ਸਿੰਘ ਹੁਣਾਂ ਦੀ, ਅਤੇ ਕਰਤਾਰ ਸਿੰਘ ਜਿਹੜਾ ਸੀ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਿਆ। ਹੁਣ ਮਨ ਇਹਦਾ ਵੱਜਦਾ ਨਹੀਂ ਸੀ। ਕਿਸ ਨੇ ਜਾ ਕੇ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਕਰੋ, ਨਾਨਕ ਸਰ ਕਲੇਰੀ ਜਾ ਕੇ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਬੇਨਤੀ ਕਰੋ। ਫਿਰ ਇਹ ਜਿਹੜਾ ਕਰਤਾਰ ਸਿੰਘ ਜ਼ਿਮੀਂਦਾਰ ਸੀਗਾ ਬੜਾ ਤਕੜਾ, ਇਹ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਝੋਰੜੀ ਆਇਆ ਸੀ। ਜਦ ਆਇਆ, ਇਹਨੇ ਆ ਕੇ ਨਾ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੜੀ ਰੋ ਕੇ ਬੇਨਤੀ ਕੀਤੀ। ਜਦ ਪ੍ਰਾਰਥਨਾ ਕੀਤੀ ਅਤੇ ਬਾਬਾ ਜੀ ਨੇ ਕਰਤਾਰ ਸਿੰਘ ਨੂੰ ਕਹਿੰਦੇ, ਕਰਤਾਰ ਸਿੰਘ ਚੱਲ ਤੂੰ ਇਸ ਤਰ੍ਹਾਂ ਕਰ, ਅਗਰ ਤੂੰ ਸਾਡਾ ਬਚਨ ਮੰਨੂਗਾ ਹੈ ਨਾ, ਅਤੇ ਤੇਰਾ ਬਚਨ ਅਸੀਂ ਜ਼ਰੂਰ ਜਿਹੜਾ ਹੈਗਾ ਉਹ ਅਰਦਾਸ ਦੇ ਜ਼ਰੀਏ ਗੁਰੂ ਘਰ ਤੱਕ ਜ਼ਰੂਰ ਪਹੁੰਚਾ ਦੇਵਾਂਗੇ। ਜੇ ਇੰਨੀ ਗੱਲ ਹੋਈ, ਪਰ ਕਰਤਾਰ ਸਿੰਘ ਨੇ ਕਿਹਾ ਵੀ ਦੱਸੋ ਮੈਨੂੰ, ਮੈਂ ਕੀ ਬਚਨ ਮੰਨਣਾ। ਫਿਰ ਬਾਬਾ ਈਸ਼ਰ ਸਿੰਘ ਨੇ ਕਰਤਾਰ ਸਿੰਘ ਨੂੰ ਆਖਿਆ ਸੀਗਾ, ਕਹਿੰਦੇ ਭਾਈ ਇਸ ਤਰ੍ਹਾਂ ਕਰ, ਤੂੰ ਅੰਮ੍ਰਿਤ ਛਕ ਕੇ ਨਾ ਗੁਰੂ ਦਾ ਸਿੰਘ ਸੱਜ ਜਾ। ਇੰਨੀ ਗੱਲ ਹੋਈ ਅਤੇ ਫਿਰ ਕਰਤਾਰ ਸਿੰਘ ਹੁਣਾਂ ਨੇ ਜਿਹੜਾ ਸੀ ਬਾਬਾ ਈਸ਼ਰ ਸਿੰਘ ਹੁਣਾਂ ਤੋਂ ਅੰਮ੍ਰਿਤ ਛਕਿਆ ਸੀਗਾ। ਜਦ ਅੰਮ੍ਰਿਤ ਛਕ ਕੇ ਜਿਹੜੇ ਸੀ ਤਿਆਰ ਬਰ ਹੋ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਸਾਹਮਣੇ ਚਰਨਾਂ 'ਤੇ ਆਏ ਸੀ, ਅਤੇ ਬਾਬਾ ਈਸ਼ਰ ਸਿੰਘ ਨੇ ਕਰਤਾਰ ਸਿੰਘ ਨੂੰ ਆਪਣੇ ਕਲਾ ਵਿੱਚ ਲਿਆ ਸੀ। ਕਹਿਣ ਲੱਗੇ, ਬਾਈ ਹੁਣ ਜਿਹੜੀ ਹੈ ਤੇਰੀ ਬੇਨਤੀ ਗੁਰੂ ਨਾਨਕ ਦੇ ਘਰ 'ਚ ਸੁਣੀ ਗਈ, ਅਗਲੇ ਸਾਲ ਤਿਆਰੀ ਹਨ ਭੁਜੰਗੀ ਦੀ ਦਾਤ ਆਊਗੀ। ਉਸ ਤੋਂ ਬਾਅਦ ਦੇਖੋ ਸਾਲ ਬਾਅਦ ਕਰਤਾਰ ਸਿੰਘ ਹੁਣਾਂ ਦੇ ਫਿਰ ਦੁਬਾਰਾ ਲੜਕਾ ਹੋਇਆ। ਲੜਕੀ ਦੀਆਂ ਬੜੀਆਂ ਖੁਸ਼ੀਆਂ ਹੋਈਆਂ। ਕਰਤਾਰ ਸਿੰਘ ਜਿਹੜੇ ਸੀਗੇ ਇਹ ਆਪਣੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਇਸ ਖੁਸ਼ੀ ਦੇ ਵਿੱਚ ਇਕੱਠੇ ਹੋ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਪਹੁੰਚੇ। ਜਦ ਚਰਨਾਂ 'ਚ ਪਹੁੰਚੇ ਤਾਂ ਕਾਫੀ ਜਿਹੜੀ ਸੀ ਉਹ ਭੇਟਾ ਜਾਂ ਪ੍ਰਸ਼ਾਦ ਲੈ ਕੇ ਕਰਤਾਰ ਸਿੰਘ ਪਹੁੰਚਿਆ ਸੀ। ਅਤੇ ਬਾਬਾ ਜੀ ਨੇ ਫਿਰ ਕਰਤਾਰ ਸਿੰਘ ਨੂੰ ਆਖਿਆ ਸੀ, ਕਹਿੰਦੇ ਇਹ ਜਿਹੜਾ ਪੁੱਤਰ ਤੇਰੇ ਹੋਇਆ ਹੈ ਨਾ, ਇਹ ਬੜੇ ਭਾਗਾਂ ਵਾਲਾ ਹੈਗਾ, ਅਤੇ ਇਹੀ ਤੇਰਾ ਪੁੱਤਰ 2 ਪੁੱਤਰ ਹੋਰ ਲੈ ਕੇ ਆਊਗਾ। ਉਸ ਤੋਂ ਬਾਅਦ ਦੱਸਦੇ ਕਰਤਾਰ ਸਿੰਘ ਦੇ ਫਿਰ ਜਿਹੜੇ ਸੀ ਸਾਲ ਬਾਅਦ ਫਿਰ ਇੱਕ ਪੁੱਤਰ ਹੋਇਆ। ਇਸ ਤਰ੍ਹਾਂ ਕਰਤਾਰ ਸਿੰਘ ਦੇ ਹੁਣ 3 ਲੜਕੇ ਆ, ਅਤੇ ਇਹ ਤਿੰਨੇ ਲੜਕੇ ਜਿਹੜੇ ਹੈਗੇ ਆ ਇਹ ਕਰਤਾਰ ਸਿੰਘ ਦੇ ਬੜੇ ਹੋਣਹਾਰ ਆ, ਅਤੇ ਘਰ ਜਿਹੜਾ ਸਾਰਾ ਘਰ ਬੜਾ ਚੜ੍ਹਦੀ ਕਲਾ ਦੇ ਵਿੱਚ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਸ ਨੇ ਵੀ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਬੇਨਤੀ ਕੀਤੀ, ਉਹ ਬੇਨਤੀ ਜਿਹੜੀ ਹੈ ਬਾਬਾ ਈਸ਼ਰ ਸਿੰਘ ਹੁਣਾਂ ਨੇ ਖਿੜੇ ਮੱਥੇ ਪ੍ਰਵਾਨ ਕਰਕੇ ਉਸ ਨੂੰ ਲੱਖ ਖੁਸ਼ੀਆਂ ਅਤੇ ਲੱਖ ਪਾਤਸ਼ਾਹੀਆਂ ਪ੍ਰਦਾਨ ਕਰ ਦਿੱਤੀਆਂ। ਸੋ ਦਾਸ ਇੰਨੇ ਹੀ ਬਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੋਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।